ਅੰਮ੍ਰਿਤਸਰ ਪੇਜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਨਿਤਿਕਾ ਮਲਿਕ ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਖਾਲਸਾ ਕਾਲਜ ਜੋ ਕਿ ਅੰਮ੍ਰਿਤਸਰ ਵਿਖੇ ਹੈਗਾ ਤੇ ਇੱਥੇ ਪੁਸਤਕ ਮੇਲਾ ਲੱਗਾ ਹੋਇਆ ਹੈ ਜੋ ਕਿ 9 ਦਿਨਾਂ ਦਾ ਪੁਸਤਕ ਮੇਲਾ ਹੈਗਾ 5 ਤਰੀਕ ਤੋਂ ਲੈ ਕੇ 13 ਤਰੀਕ ਤੱਕ ਪੁਸਤਕ ਮੇਲਾ ਲੱਗਾ ਹੋਇਆ ਹੈ ਤੇ ਮੈਂ ਕਹਿ ਸਕਦੀ ਹਾਂ ਕਿ ਪੁਸਤਕ ਇੱਕ ਅਜਿਹੀ ਚੀਜ਼ ਹੈ ਜੋ ਕਿ ਬੰਦੇ ਦਾ ਸਾਥ ਕਦੀ ਨਹੀਂ ਛੱਡਦੀ। ਇੱਕ ਅਜਿਹੀ ਮੈਂ ਕਹਿ ਸਕਦੀ ਹਾਂ ਇੱਕ ਬਹੁਤ ਵਧੀਆ ਦੋਸਤ ਵੀ ਮੈਂ ਕਹਿ ਸਕਦੀ ਹਾਂ ਕਿ ਪੁਸਤਕ ਇੱਕ ਬਹੁਤ ਹੀ ਵਧੀਆ ਦੋਸਤ ਹੁੰਦਾ ਹੈ ਜਿਵੇਂ ਕਿ ਜਿਹੜੀ ਕਿ ਦੁੱਖ ਵੇਲੇ ਵੀ ਕੰਮ ਆਉਂਦਾ ਸੁੱਖ ਵੇਲੇ ਵੀ ਕੰਮ ਆਉਂਦਾ ਤੇ मैं कह सकती हाँ जब बंदा कल्ला भी होवे तो अपनी फीलिंग्स एक किताब के नाल जरूर शेयर कर सकता है। तो अजकल तो मैं कह सकती हाँ डिजिटलाइज्ड वर्ल्ड या मैं कह सकती हाँ इलैक्ट्रॉनिक वर्ल्ड सोशल लाइफ से ही लोग अजकल टिके हुए ने या लोग सोशल ऐप्स चलाते हैं। किताबों नाल मैं कह सकती हाँ कि लोगों का इन्ना नाता रहा नहीं बट मैं कह सकती बहुत ही वधिया चीज़ है खालसा कॉलेज वाले ने ऑर्गेनाइज़ की है NBT वाले ने ऑर्गेनाइज़ की है जिथे कि एक पुस्तक मेला लाया गया होया। मैं कह सकती हाँ 5-6 साल तो पुस्तक मेला लग रहा है। ਕਰੋਨਾ ਕਾਲ ਦੇ ਸਮੇਂ 'ਚ ਕਿਤੇ ਨਾ ਕਿਤੇ ਪੁਸਤਕ ਮੇਲਾ ਨਹੀਂ ਲੱਗ ਪਾਇਆ ਸੀ ਤੇ ਮੈਂ ਕਹਿ ਸਕਦੀ ਹਾਂ ਕਰੋਨਾ ਸਮੇਂ ਤੋਂ ਬਾਅਦ ਫਿਰ ਤੋਂ ਦੁਬਾਰਾ ਪੁਸਤਕ ਮੇਲਾ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਮੈਂ ਤੁਹਾਨੂੰ ਅੰਦਰ ਦਿਖਾਉਂਦੀ ਹਾਂ ਕਿ ਕਾਫੀ ਜ਼ਿਆਦਾ ਸਟਾਲਸ ਲੱਗੇ ਹੋਏ ਨੇ 100 ਦੇ ਕਰੀਬ ਮੈਂ ਕਹਿ ਸਕਦੀ ਹਾਂ ਪੁਸਤਕ ਮੇਲਾ ਦੇ ਸਟਾਲਸ ਲੱਗੇ ਹੋਏ ਨੇ ਤੇ ਅਲੱਗ-ਅਲੱਗ ਵੱਖ-ਵੱਖ ਤਰੀਕੇ ਦੀਆਂ ਕਿਤਾਬਾਂ ਇੱਥੇ ਲੱਗੀਆਂ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ NBT ਵਾਲਿਆਂ ਨੇ ਇੱਥੇ ਆਰਗੇਨਾਈਜ਼ ਕੀਤਾ ਪੁਸਤਕ ਮੇਲਾ ਤੇ ਇਹਨਾਂ ਦਾ ਪਹਿਲੇ NBT ਬੁੱਕ ਸਟਾਲ ਤੇ ਹੀ ਮੈਂ ਤੁਹਾਨੂੰ ਲੈ ਕੇ ਜਾਂਦੀ ਹਾਂ ਜਿੱਥੇ ਕਿ ਮੈਂ ਕਹਿ ਸਕਦੀ ਹਾਂ ਵੱਖ-ਵੱਖ ਕਿਤਾਬਾਂ ਲੱਗੀਆਂ ਹੋਈਆਂ ਨੇ ਚਾਹੇ ਉਹ ਹਿੰਦੀ ਦੀ ਹੋਣ ਅੰਗਰੇਜ਼ੀ ਦੀ ਹੋਣ ਜਾਂ ਪੰਜਾਬੀ ਦੀ ਹੋਣ। ਮੈਂ ਕਹਿ ਸਕਦੀ ਹਾਂ ਅੱਜ ਕੱਲ੍ਹ ਲੋਕ ਵੈਸੇ ਆਪਣੇ ਪੰਜਾਬੀ ਵਿਰਸੇ ਤੋਂ ਵੀ ਦੂਰ ਹੁੰਦੇ ਜਾ ਰਹੇ ਨੇ ਬਟ ਇਹ ਪੁਸਤਕ ਮੇਲੇ ਤੋਂ ਰਾਹੀਂ ਆਪਾਂ ਵੇਖ ਸਕਦੇ ਹਾਂ ਕਿ ਕਾਫੀ ਪੰਜਾਬੀ ਕਿਤਾਬਾਂ ਇੱਥੇ ਲੱਗੀਆਂ ਹੋਈਆਂ ਨੇ। ਡਾਕਟਰ ਅੰਬੇਦਕਰ ਦੀ ਕਿਤਾਬ ਇੱਥੇ ਹੈਗੀ ਹੈ, ਕਬੀਰ ਜੀ ਦੀ ਕਿਤਾਬ ਇੱਥੇ ਹੈਗੀ ਹੈ, ਭਗਤ ਸਿੰਘ ਜੀ ਦੀ ਕਿਤਾਬ ਵੀ ਇੱਥੇ ਹੈਗੀ ਹੈ। ਮੈਂ ਕਹਿ ਸਕਦੀ ਹਾਂ ਇਤਿਹਾਸਿਕ ਕਿਤਾਬਾਂ ਵੀ ਕਾਫੀ ਜ਼ਿਆਦਾ ਨੇ ਈਵਨ ਕਿ ਬੱਚਿਆਂ ਵਾਸਤੇ ਵੀ ਕਾਫੀ ਜ਼ਿਆਦਾ ਇੱਥੇ ਕਾਫੀ ਗੁੱਡ ਕਿਤਾਬਾਂ ਲੱਗੀਆਂ ਹੋਈਆਂ ਨੇ। ਤੇ ਹੁਣ ਮੈਂ ਤੁਹਾਨੂੰ ਇਸ ਸਟਾਲ ਦੇ ਬਾਰੇ ਹੋਰ ਜਾਣਕਾਰੀ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਨਾਮ? ਮੈਂ ਨਵਜੋਤ ਕੌਰ ਨੈਸ਼ਨਲ ਬੁੱਕ ਟਰੱਸਟ ਇੰਡੀਆ ਤੋਂ। ਨਵਜੋਤ ਜੀ ਜਿਵੇਂ ਮੈਂ ਕਹਿ ਸਕਦੀ ਹਾਂ ਕਿ ਕਾਫੀ ਕਿਤਾਬਾਂ ਇੱਥੇ ਲੱਗੀਆਂ ਹੋਈਆਂ ਨੇ ਕਿਤੇ ਨਾ ਕਿਤੇ ਬੱਚੇ ਮੈਂ ਕਹਿ ਸਕਦੀ ਦੂਰ ਹੋ ਚੁੱਕੇ ਆ ਕਿਤਾਬਾਂ ਤੋਂ ਬਟ ਬਹੁਤ ਹੀ ਵਧੀਆ ਕੰਮ ਤੁਸੀਂ ਕਰ ਰਹੇ ਹੋ ਕਿ ਸਟਾਲਸ ਲਗਾਏ ਹੋਏ ਆ ਤੁਸੀਂ ਬੁੱਕਸ ਦੇ। ਮੈਂ ਇਹ ਪੁੱਛਣਾ ਚਾਹੂੰਗੀ ਕਿ ਤੁਹਾਡੇ ਇੱਥੇ ਕਿਹੜੇ ਬੁੱਕਸ ਹੈਗੀਆਂ ਜਿਹੜੀਆਂ ਜ਼ਿਆਦਾ ਪੋਪੂਲਰ ਹੈਗੀਆਂ ਜਾਂ ਬੱਚੇ ਜ਼ਿਆਦਾ ਪਸੰਦ ਕਰ ਰਹੇ ਨੇ? ਮੈਮ ਇੱਥੇ ਤਕਰੀਬਨ ਹਰ ਤਰ੍ਹਾਂ ਦੀ ਕਿਤਾਬ ਬੱਚੇ ਪੜ੍ਹ ਰਹੇ ਨੇ ਜਿੱਦਾਂ ਮਿਡੀਵਲ ਇੰਡੀਆ इरफान हबीब की किताब ये काफ़ी बिकी है और भगत सिंह के सियासी दस्तावेज है। एक चीनी यात्री फाहियान ये किताब है। उस तो बाद फिक्शन है और एक कथा पंजाब डॉक्टर हरभजन सिंह की कंपाइल की है। एक ਜਿਹੜੇ 47 ਦੇ ਦੁਖਾਂਤ ਵਾਪਰਿਆ ਸਾਵਲਤਾ ਮੇਰੀ ਲੇਟੈਸਟ ਅਸੀਂ ਛਾਪੀ ਹੈ। ਇਹ ਚੀਜ਼ਾਂ ਕਾਫੀ ਬੱਚੇ ਪੜ੍ਹ ਰਹੇ ਆ ਤੇ ਮੈਨੂੰ ਖੁਸ਼ੀ ਹੈ ਕਿ ਬੱਚੇ ਇਹਨਾਂ ਚੀਜ਼ਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਇਤਿਹਾਸ ਕੀ ਸਾਡਾ ਆਉਣ ਵਾਲਾ ਭਵਿੱਖ ਕਿੱਦਾਂ ਦਾ। ਮੈਮ ਬੱਚਿਆਂ ਦਾ ਵੈਸੇ ਕੀ ਰਿਸਪੌਂਸ ਆ ਰਿਹਾ? ਮੈਂ ਕਹਿ ਸਕਦੀ ਹਾਂ ਅੱਜ ਕੱਲ੍ਹ ਡਿਜੀਟਲਾਈਜ਼ ਵਰਲਡ ਹੈਗਾ ਬੱਚਿਆਂ ਨੂੰ ਇੰਨਾ ਸ਼ੌਂਕ ਨਹੀਂ ਰਿਹਾ ਕਿਤਾਬਾਂ ਦਾ ਬਟ ਇੱਥੋਂ ਦੇ ਬੱਚਿਆਂ ਦਾ ਕੀ ਰਿਸਪੌਂਸ ਰਹਿ ਰਿਹਾ ਨੇ? ਨਹੀਂ ਮੈਮ ਇਹ ਨਹੀਂ ਕਹਿ ਸਕਦੇ ਕਿ ਬੱਚਿਆਂ ਦਾ ਰੁਝਾਨ ਨਹੀਂ ਹੈ ਕਿਉਂਕਿ ਤੁਸੀਂ ਦੇਖੋ ਕਿ 2-3 ਦਿਨਾਂ ਦੇ ਅੰਦਰ ਸਾਡੀ 2.5 ਤੋਂ 3 ਲੱਖ ਦੀ ਸੇਲ ਕਿਤਾਬਾਂ ਦੀ ਹੋਈ ਹੈ ਔਰ ਉਹਦੇ ਵਿੱਚ ਹਰ ਤਰ੍ਹਾਂ ਦਾ ਸਾਹਿਤ ਪੜ੍ਹਿਆ ਗਿਆ ਹੈ। ਉਹ ਚੰਗਾ ਮਾੜਾ ਤਾਂ ਖੈਰ ਆਪਾਂ ਕੋਈ ਲਿਟਰੇਚਰ ਹੁੰਦਾ ਹੀ ਨਹੀਂਗਾ ਮਤਲਬ ਛੋਟੀ ਬੱਚਿਆਂ ਵਾਲੀ ਕਿਤਾਬ ਵੀ ਗਈ ਹੈ ਤੇ ਸਾਡੇ ਕੋਲ ਵੱਡੀ ਕਿਤਾਬ ਵੀ ਗਈ ਹੈ। ਸੀਰੀਅਸ ਕਿਤਾਬਾਂ ਵੀ ਨੇ ਫਿਕਸ਼ਨ ਕਹਾਣੀਆਂ ਵੀ ਨੇ ਬੱਚੇ ਹਰ ਤਰ੍ਹਾਂ ਦੀ ਕਿਤਾਬ ਪਸੰਦ ਕਰ ਰਹੇ ਆ ਔਰ ਮੈਨੂੰ ਇਹ ਖੁਸ਼ੀ ਹੈ ਕਿ ਕੋਈ ਵੀ ਬੱਚਾ ਆਉਂਦਾ ਖਾਲੀ ਨਹੀਂ ਜਾਂਦਾ ਹਰ ਇੱਕ ਬੱਚਾ ਕਿਤਾਬ ਜ਼ਰੂਰ ਖਰੀਦ ਕੇ ਜਾਂਦਾ। ਜਿਵੇਂ ਕਿ ਮੈਂ ਕਹਿ ਸਕਦੀ ਕਿ NBT ਵਾਲਿਆਂ ਨੇ ਹੀ ਆਰਗੇਨਾਈਜ਼ ਕੀਤਾ ਹੈ ਕਾਫੀ ਵੱਡਾ ਪੁਸਤਕ ਮੇਲਾ ਤੇ ਕੁਝ ਦਿਮਾਗ 'ਚ ਤੁਹਾਡੇ ਉਸ ਟਾਈਮ ਤੇ ਆਇਆ ਸੀ ਕਿ ਨਹੀਂ ਇਹ ਚੀਜ਼ ਸਾਨੂੰ ਸਟਾਰਟਅਪ ਕਰਨੀ ਚਾਹੀਦੀ ਆ? ਐਕਚੁਅਲੀ ਕਰੋਨਾ ਪੀਰੀਅਡ 'ਚ 2 ਸਾਲ ਇਹ ਕੰਮ ਰੁਕਿਆ ਰਿਹਾ ਨਹੀਂ ਤਾਂ NBT ਦੀ ਇਹੀ ਕੋਸ਼ਿਸ਼ ਹੈ ਕਿ ਜਿਹੜਾ ਬੁੱਕ ਕਲਚਰ ਨੂੰ ਪ੍ਰਮੋਟ ਕਰਨਾ ਅਸੀਂ ਕਿਤਾਬਾਂ ਨਾਲ ਜੋੜ ਰਹੇ ਹਾਂ। ਜਗ੍ਹਾ ਸਾਡੀ ਬੁੱਕ ਵੈਨ ਵੀ ਹੈ ਇੱਕ ਜਿਹਨੂੰ ਅਸੀਂ ਚਲਦੀ ਫਿਰਦੀ ਪੁਸਤਕ ਪਰਿਕਰਮਾ ਕਹਿੰਦੇ ਹਾਂ। ਉਹ ਵੈਨ ਪੂਰੇ ਪੰਜਾਬ 'ਚ ਜਿੱਥੇ ਅਸੀਂ ਇੱਦਾਂ ਦਾ ਮੇਲਾ ਨਹੀਂ ਲਾ ਸਕਦੇ ਉਸ ਜਗ੍ਹਾ ਵੀ ਜਾਂਦੀ ਹੈ ਹਰ ਰੂਰਲ ਏਰੀਆ 'ਚ ਪੇਂਡੂ ਇਲਾਕਿਆਂ 'ਚ ਉੱਥੇ ਕਿਤਾਬ ਪਹੁੰਚਾਈ ਜਾਂਦੀ ਹੈ ਤੇ ਮੈਨੂੰ ਇਹ ਜ਼ਰੂਰ ਖੁਸ਼ੀ ਹੈ ਤੇ ਮਾਣ ਵੀ ਹੈ ਸਾਡੇ ਸਾਰੇ ਪਾਠਕਾਂ 'ਤੇ ਕਿ ਸਾਡੀ ਬੱਸ ਕਦੇ ਵੀ ਇਹ ਨਹੀਂ ਹੈ ਕਿ ਕਿਤਾਬਾਂ ਬਚ ਕੇ ਖਾਲੀ ਹੋ ਕੇ ਜਾਂਦੀ ਹੈ ਹਮੇਸ਼ਾ। ਮੈਂ ਕਹਿ ਸਕਦੀ ਹਾਂ ਬਹੁਤ ਹੀ ਵਧੀਆ ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਤੁਸੀਂ ਸ਼ੁਰੂ ਕੀਤੀ। ਧੰਨਵਾਦ ਮੈਮ। ਤੇ ਹੁਣ ਆਪਾਂ ਆਏ ਪੰਜਾਬੀ ਇਸਲਾਮਿਕ ਸਟਾਲ ਤੇ ਮੈਂ ਕਹਿ ਸਕਦੀ ਹਾਂ ਬਹੁਤ ਹੀ ਇੱਕ ਯੂਨੀਕ ਸਟਾਲ ਮੈਂ ਵੇਖ ਰਹੀ ਹਾਂ ਇੱਥੇ ਜੋ ਲੱਗਾ ਹੈ ਮਲੇਰਕੋਟਲੇ ਦਾ ਸਟਾਲ ਹੈਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੇਰਾ ਦੇਖ ਸਕਦੀ ਹਾਂ ਕਿ ਬਹੁਤ ਹੀ ਸੋਹਣਾ ਤੁਸੀਂ ਇੱਕ ਸਟਾਲ ਸੈਟਅਪ ਕੀਤਾ ਹੋਇਆ ਇੱਥੇ ਜੋ ਕਿ ਮੈਂ ਕਹਿ ਸਕਦੀ ਹਾਂ ਇੱਕ ਇਸਲਾਮਿਕ ਧਰਮ ਵਾਸਤੇ ਇੱਕ ਸਟਾਲ ਲਾਇਆ ਹੋਇਆ ਹੈ ਤੇ ਲੋਕਾਂ ਦਾ ਕੀ ਰਿਸਪੌਂਸ ਮਿਲ ਰਿਹਾ? ਉਰੇ ਬੇਟੇ ਹਰੇਕ ਪ੍ਰਕਾਰ ਦਾ ਸਟੂਡੈਂਟ ਭਾਵੇਂ ਉਹ ਮੈਡੀਕਲ ਦਾ ਨਾਨ ਮੈਡੀਕਲ ਦਾ ਲਾਅ ਦਾ ਸਾਡੇ ਕੋਲ ਆ ਰਿਹਾ ਹੈ। ਸਾਡੇ ਕੋਲ ਟਾਈਟਲ ਵੀ ਅਜਿਹੇ ਹਨ ਜਿਹੜੇ ਉਹਨਾਂ ਦੀ ਪੂਰਤੀ ਦੇ ਲਈ ਇਸਾਂ ਲਾਦੇ ਹਨ। ਸਾਡੇ ਕੋਲ ਬਹੁਤ ਸਾਰੀਆਂ ਬੁੱਕਸ ਹਨ ਇਕਨੋਮਿਕਸ ਹਨ ਤੇ ਦੂਜੇ ਵੱਖਰੀਆਂ ਹਨ। ਹਰੇਕ ਪ੍ਰਕਾਰ ਦਾ ਸਟੂਡੈਂਟ ਸਾਡੇ ਕੋਲ ਆਉਂਦਾ ਹੈ ਤੇ ਜੋਸ਼ੋ ਖਰੋਸ਼ ਹੈ ਸਟੂਡੈਂਟ 'ਚ। ਮੈਂ ਸਮਝਦਾ ਬਹੁਤ ਹੀ ਕਾਮਯਾਬ ਨੈਸ਼ਨਲ ਬੁੱਕ ਟਰੱਸਟ ਵੱਲੋਂ ਜੋ ਲਾਇਆ ਹੈ ਬਹੁਤ ਵਧੀਆ ਇੱਕ ਮੇਲਾ ਹੈ। ਸਰ ਮੈਂ
ਕਹਿ ਸਕਦੇ ਹਾਂ ਕਾਫੀ ਇਸਲਾਮਿਕ ਦੀਆਂ ਇੱਥੇ ਕਿਤਾਬਾਂ ਪਈਆਂ ਹੋਈਆਂ ਨੇ, ਤੇ ਕਿਹੜੀ ਕਿਤਾਬ ਹੈ ਜਿਹੜੀ ਸਭ ਤੋਂ ਜ਼ਿਆਦਾ ਵਿਕਰੀ ਕਰ ਰਹੀ ਹੈ ਇਸ ਟਾਈਮ ਤੇ? ਇਹਦੇ ਵਿੱਚ ਬੇਟੇ ਸਾਡੇ ਕੋਲ ਜਿਹੜਾ ਮੁੱਖ ਉਦੇਸ਼ ਹੈ, ਸਾਡੇ ਕੋਲ ਆ ਕੁਰਾਨ ਹੈ ਜੋ ਰੱਬ ਦੀ ਬਾਣੀ ਹੈ। ਰੱਬ ਦਾ ਪੈਗਾਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਬੇਟੇ ਸਾਡਾ ਮੁੱਖ ਤੇ ਉਦੇਸ਼ ਹੈ। ਬੇਟੇ ਦੇ ਨਾਲ ਇਸਲਾਮ ਪੋਲੀਟੀਕਲ ਥਿਊਰੀ, ਇਸਲਾਮ ਇੰਟਰੋਡਕਸ਼ਨ ਆਫ ਇਸਲਾਮ, ਅੱਜ ਕੱਲ੍ਹ ਬੇਟੇ ਬਰਨਿੰਗ ਇਸ਼ੂ ਚੱਲ ਰਿਹਾ ਹਜਾਬ, ਇਹ ਬੇਟੇ ਸਾਡੇ ਕੋਲ ਮੁੱਖ ਸਾਡੇ ਕੋਲ ਹਨ। ਜਿਸ ਤਰ੍ਹਾਂ ਐਨ ਇੰਟਰੋਡਕਸ਼ਨ ਟੂ ਦਾ ਇਸਲਾਮਿਕ ਸਿਵਲ ਕੋਡ, ਬੇਟੇ ਇਸ ਤਰ੍ਹਾਂ ਦੇ ਸਾਡੇ ਕੋਲ ਮੋਰ ਦੈਨ 40 ਸਾਡੇ ਕੋਲ ਟਾਈਟਲ ਹਨ ਜਿਹੜੇ ਇਹ ਐਸ ਨੈਸ਼ਨਲ ਬੁੱਕ ਟਰਸਟ ਵਿੱਚੋਂ ਕਾਊਂਟਰ ਨੇ। ਉਹਨਾਂ ਵਿੱਚ ਸਾਡੀ ਅਕੇਲੀ ਤੇ ਇਕਲੌਤੀ ਡਿਫਰੈਂਟ ਯੂਨੀਕ ਸਾਡੀ ਇਹ ਪਬਲੀਕੇਸ਼ਨ ਹੈ ਜਿਸ ਦੇ ਵਿੱਚ ਹਰ ਪ੍ਰਕਾਰ ਦੇ ਬੰਦੇ ਸਾਡੇ ਕੋਲ ਆਉਂਦੇ ਹਨ। ਵੀ ਆਰ ਹੀਅਰ ਟੂ ਰਿਮੂਵ ਦਾ ਮਿਸਕਨਸੈਪਸ਼ਨ ਰਿਗਾਰਡਿੰਗ ਇਸਲਾਮ, ਮਿਸਅੰਡਰਸਟੈਂਡਿੰਗ ਅਬਾਊਟ ਮੁਸਲਿਮਸ। ਸਾਡਾ ਐਜੂਕੇਸ਼ਨ ਨਾਟ ਦ ਨੇਮ ਆਫ any degree or certificate which can be shown to others as certificate, but education is the name of our behavior, language and our attitude which shows in real life. ਕਹਿ ਸਕਦੇ ਸਰ ਬਹੁਤ ਵਧੀਆ ਵਿਚਾਰ ਤੁਸੀਂ ਲੈ ਕੇ ਆਏ ਹੋ ਕਿ ਭੇਦਭਾਵ ਖਤਮ ਕਰਨ ਲਈ ਇੱਕ ਤੁਸੀਂ ਇਹ ਚੀਜ਼ ਸ਼ੁਰੂ ਕੀਤੀ ਹੈ, ਬਹੁਤ ਹੀ ਵਧੀਆ ਚੀਜ਼ ਹੈ। ਤੇ ਮੈਂ ਕਹਿ ਸਕਦੀ ਹਾਂ ਕਿ ਇਹ ਨਹੀਂ ਕਿ ਉਰਦੂ ਭਾਸ਼ਾ 'ਚ ਹੀ ਲਿਖਿਆ ਹੋਵੇ, ਪੰਜਾਬੀ ਭਾਸ਼ਾ 'ਚ ਸਾਰਾ ਕੁਝ ਲਿਖਿਆ ਹੋਇਆ ਹੈ, ਈਵਨ ਕਿ ਇੰਗਲਿਸ਼ 'ਚ ਵੀ ਲਿਖਿਆ ਹੋਇਆ। ਸੋ ਮੈਂ ਕਹਿ ਸਕਦੀ ਜਿਹੜੇ ਲੋਕਾਂ ਨੇ ਇਸਲਾਮ ਧਰਮ ਬਾਰੇ ਪੜ੍ਹਨਾ ਹੈ ਤੇ ਉਹ ਇੱਕ ਵਾਰੀ ਜ਼ਰੂਰ ਇਸ ਸਟਾਲ ਤੇ ਆਉਣ, ਬਿਕਾਜ਼ ਇੱਥੇ ਇਹ ਨਹੀਂ ਕਿ ਸਿਰਫ ਉਰਦੂ ਭਾਸ਼ਾ 'ਚ ਲਿਖਿਆ ਹੋਵੇ, ਈਵਨ ਕਿ ਹਿੰਦੀ ਭਾਸ਼ਾ 'ਚ ਵੀ ਲਿਖਿਆ ਹੋਇਆ ਤੇ ਅੰਗਰੇਜ਼ੀ ਭਾਸ਼ਾ 'ਚ ਵੀ ਲਿਖਿਆ ਹੋਇਆ ਹੈ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? सतीश कुमार मैडम। ਸਤੀਸ਼ ਜੀ, ਜਿਵੇਂ ਕਿ ਤੁਸੀਂ ਆਏ ਹੋਏ ਹੋ ਹਾਲੇ ਇੱਥੇ ਖਾਲਸਾ ਕਾਲਜ 'ਚ ਪੁਸਤਕ ਮੇਲਾ ਲੱਗਾ ਹੋਇਆ ਹੈ ਤੇ ਬੱਚਿਆਂ ਦਾ ਕੀ ਰਿਸਪੌਂਸ ਆ ਰਿਹਾ? वैसे बहुत अच्छा रिस्पॉन्स है यहाँ पंजाबी में पढ़ने का बच्चों में बहुत ज़्यादा रिस्पॉन्स है मैडम। यहाँ पे इतना मैंने और स्टेटों में गया हूँ नहीं है, यहाँ बहुत पढ़ने का बहुत ज़्यादा लगना बच्चों में इधर। ਤੁਸੀਂ ਕਿਹੜੀ ਸਟੇਟ ਤੋਂ ਵੈਸੇ ਬਿਲੋਂਗ ਕਰਦੇ ਹੋ? मैं यूपी उत्तर प्रदेश। ਤੁਸੀਂ ਕਹਿ ਸਕਦੇ ਹੋ ਪੰਜਾਬ 'ਚ ਅੱਜ ਤੁਸੀਂ ਅੰਮ੍ਰਿਤਸਰ 'ਚ ਆਏ ਹੋ ਤੇ ਬੱਚਿਆਂ ਦਾ ਕਾਫੀ ਮੈਂ ਕਹਿ ਸਕਦੀ ਹਾਂ ਕਿ ਇੰਟਰਸਟ ਹੋ ਗਿਆ ਕਿਤਾਬਾਂ ਦਾ। ज़्यादा इंटरेस्ट है यहाँ पे, इतना हमारे यूपी में नहीं है जितना पंजाब में पढ़ने का इंटरेस्ट है। बहुत अच्छा है यहाँ पे, रिस्पॉन्स भी अच्छा है यहाँ का जी। ਤੇ ਹੁਣ ਆਪਾਂ ਨੈਕਸਟ ਸਟਾਲ ਤੇ ਆਏ ਹਾਂ ਰਾਜਸਥਾਨ ਪੱਤਰਿਕਾ ਜੈਪੁਰ ਸਟਾਲ ਤੇ, ਜਿੱਥੇ ਕਿ ਮੈਂ ਕਹਿ ਸਕਦੀ ਹਾਂ ਵੱਖ-ਵੱਖ ਤਰੀਕੇ ਦੀ ਮੈਂ ਬੁੱਕਸ ਕਹਿ ਸਕਦੀ ਹਾਂ ਜਾਂ ਕਹਿ ਸਕਦੀ ਹਾਂ ਕਿ ਇਹ ਕਵਿਤਾ ਨੂੰ ਲੈ ਕੇ ਕਿਤਾਬਾਂ ਹੈਗੀਆਂ ਨੇ, ਆਥਰਸ ਨੂੰ ਲੈ ਕੇ ਕਿਤਾਬਾਂ ਨੇ। ਉੱਥੇ ਮੈਂ ਕਹਿ ਸਕਦੀ ਹਾਂ ਇੱਕ ਧਾਰਮਿਕ ਕਿਤਾਬ ਵੀ ਇੱਕ ਬਹੁਤ ਹੀ ਇੱਥੇ ਵਧੀਆ ਧਾਰਮਿਕ ਕਿਤਾਬ ਹੈਗੀ ਹੈ ਰਾਜਸਥਾਨ ਜੈਪੁਰ ਸਟਾਲ ਤੇ, ਜਿੱਥੇ ਕਿ 4 ਵੇਦਾਂ ਦਾ ਗ੍ਰੰਥ ਹੈ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? हाँ मैडम। ਸਰ ਮੈਂ ਦੇਖ ਸਕਦੀ ਹਾਂ ਕਿ ਇੱਕ ਬਹੁਤ ਵਧੀਆ ਇੱਥੇ ਗ੍ਰੰਥ ਹੈਗਾ ਹੈ ਤੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਕਿਸ ਚੀਜ਼ ਬਾਰੇ ਗ੍ਰੰਥ ਹੈਗਾ ਹੈ ਤੇ ਕਿੰਨਾ ਵੱਡਾ ਗ੍ਰੰਥ ਹੈਗਾ, ਪ੍ਰਾਈਸ ਵਗੈरह ਕੀ ਹੈ? ये मैडम अपने जो वेद हैं उनके ओरिजिनल स्क्रिप्ट्स हैं। ये जो अपने चारों वेद हैं जो वेद व्यास ने लिखे हैं उनके ओरिजिनल स्क्रिप्ट्स हैं, और ये रेयर किताब है। दुनिया में इससे ज़्यादा वेद अब कहीं भी उपलब्ध नहीं है। जो अपनी संहिताएँ जर्मनी चली गई हैं वो संहिताएँ भी हमने इसमें जो है डाली हैं, तो अब इससे ज़्यादा वेद दुनिया में कहीं उपलब्ध नहीं है। और वेद की एकमात्र जो प्रमाणिक किताब ये वाली किताब है। ਸਰ ਮੈਂ ਚਾਹੂੰਗੀ ਕਿ ਤੁਸੀਂ ਥੋੜਾ ਜਿਹਾ ਸਾਨੂੰ ਖੋਲ ਕੇ ਵੀ ਦਿਖਾਓ ਕਿ ਕਿਸ ਟਾਈਪ ਦੀ ਮਤਲਬ ਹੈ, ਅੰਦਰੋਂ ਕਿੱਦਾਂ ਦਾ ਲੱਗਦਾ ਹੈ? ये मैडम ये आप देखें जो है ये अपने जो वेद हैं ये इनके 11 संहिताओं का संकलन है। वेदों की 11 ही संहिताएँ आज की तारीख में उपलब्ध हैं, तो वो सारी संहिताएँ इसमें उपलब्ध हैं और बिल्कुल ये ओरिजिनल स्क्रिप्ट्स हैं वेदों की। आप ये देखेंगे तो बिल्कुल ही जैसे जो ओरिजिनल जैसे जो लिखे गए थे ना उसके साथ इनके जो गाने के जो विधि होती है ना, आप यहाँ जैसे देखेंगे ਸਰ ਇਹਦਾ ਵੈਸੇ ਪ੍ਰਾਈਸ ਕੀ ਹੈਗਾ ਮਤਲਬ ਹੈ ਵੇਦ ਦਾ? प्राइस मैडम 6,500 रुपये, 6,500। ਤੇ ਵੈਸੇ ਵਿਕਰੀ ਇਹਦੀ ਮਤਲਬ ਹੁੰਦੀ ਹੈ ਗ੍ਰੰਥ ਦੀ? मैडम ये साउथ में किताबें ज़्यादा चलती हैं या फिर एब्रॉड ज़्यादा किताबें जाती हैं, जैसे विदेशों में ये किताब ज़्यादा मेरी बिकती है, और या फिर मैं साउथ इंडिया में जाता हूँ तो इस किताब की बिक्री ज़्यादा रहती है। ਧੰਨਵਾਦ ਸਰ। ਮੈਂ ਕਹਿ ਸਕਦੀ ਹਾਂ ਕਿ ਸਿਰਫ ਪੰਜਾਬ ਦੇ ਵਿੱਚ ਵੀ ਨਹੀਂ ਕਿ ਵਿਦੇਸ਼ਾਂ ਦੇ ਵਿੱਚ ਵੀ ਮਤਲਬ ਸਾਡੇ ਵੇਦ ਮੈਂ ਕਹਿ ਸਕਦੀ ਹਾਂ ਕਿ ਲੋਕੀ ਕਾਫੀ ਪੜ੍ਹਨਾ ਪਸੰਦ ਕਰਦੇ ਨੇ। ਤਾਂ ਮੈਂ ਕਹਿ ਸਕਦੀ ਹਾਂ ਓਵਰਆਲ ਜੇ ਮੈਂ ਬੁੱਕ ਸਟਾਲ ਦੀ ਗੱਲ ਕਰਾਂ ਤੇ ਪੁਸਤਕ ਮੇਲਾ ਬਹੁਤ ਹੀ ਵਧੀਆ ਇੱਥੇ ਆਰਗੇਨਾਈਜ਼ ਕੀਤਾ ਗਿਆ ਹੋਇਆ ਹੈ NBT ਵਾਲਿਆਂ ਨੇ। ਸੋ ਮੈਂ ਹਰ ਇੱਕ ਦਰਸ਼ਕ ਨੂੰ ਇਹੋ ਕਹੂੰਗੀ, ਹਰ ਇੱਕ ਅੰਮ੍ਰਿਤਸਰ ਵਾਸੀ ਨੂੰ ਵੀ ਕਿ ਇੱਕ ਵਾਰੀ ਜ਼ਰੂਰ ਇੱਥੇ ਖਾਲਸਾ ਕਾਲਜ ਪੁਸਤਕ ਮੇਲਾ ਲੱਗਾ ਹੋਇਆ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਜੋ ਕਿ 5 ਤਰੀਕ ਤੋਂ ਲੈ ਕੇ 13 ਮਾਰਚ ਤੱਕ ਲੱਗਾ ਹੋਇਆ ਇੱਥੇ। ਨੈਸ਼ਨਲ ਬੁੱਕ ਟਰਸਟ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਮਾਰਚ ਦੇ ਮਹੀਨੇ ਵਿੱਚ ਇੱਥੇ ਪੁਸਤਕ ਮੇਲਾ ਲਗਾਇਆ ਜਾਂਦਾ ਹੈ। ਇਸ ਵਾਰੀ ਬਹੁਤ ਵੱਡਾ ਹੁੰਗਾਰਾ ਪੁਸਤਕ ਮੇਲੇ ਨੂੰ ਮਿਲਿਆ ਹੈ ਔਰ ਉਹਨਾਂ ਨੇ 35% ਡਿਸਕਾਊਂਟ ਵੀ ਸਾਰੇ ਪਬਲਿਸ਼ਰਸ ਨੇ ਦਿੱਤਾ ਹੈ। ਉਹਦੇ ਨਾਲ ਬਹੁਤ ਜ਼ਿਆਦਾ ਰੋਜ਼ਾਨਾ ਰਸ਼ ਪੂਰੇ ਪੰਜਾਬ 'ਚੋਂ ਲੋਕ ਆ ਰਹੇ ਦੇਖਣ ਵਾਸਤੇ, ਔਰ ਉਸ ਪੁਸਤਕ ਮੇਲੇ ਦੇ ਨਾਲ ਹੀ ਅਸੀਂ ਆਪਣੀਆਂ ਸੰਸਥਾਵਾਂ ਦੇ ਸਾਡੀ ਜਿਹੜੀਆਂ 19-20 ਸੰਸਥਾ ਨੇ ਸਕੂਲ ਔਰ ਕਾਲਜ, ਉਹਨਾਂ ਸਾਰਿਆਂ ਦੇ ਵਿੱਚੋਂ ਅਸੀਂ ਫਲਾਵਰ ਸ਼ੋਅ ਇੱਥੇ ਲਗਾਇਆ। ਮੈਡੀਸਨਲ ਪਲਾਂਟਸ ਵੀ ਹੈਗੇ ਆ ਔਰ ਜਿਹੜੇ ਸਾਰਾ ਰੈਗੂਲਰ ਪਲਾਂਟਸ ਰਹਿੰਦੇ ਉਹ ਵੀ ਹੈਗੇ ਆ,
ਔਰ ਜਿਹੜੇ ਇਸ ਵੇਲੇ ਸੀਜ਼ਨਲ ਫਲਾਵਰ ਪਲਾਂਟ ਨੇ ਉਹ ਵੀ ਇੱਥੇ ਹੈਗੇ ਆ। ਅਸੀਂ ਪੁਸਤਕ ਮੇਲਾ ਤੋਂ ਉਸ ਦਿਨ ਉਦਘਾਟਨ ਕਰ ਦਿੱਤਾ ਸੀਗਾ ਜਿੱਦਣ ਗਵਰਨਰ ਸਾਹਿਬ ਆਏ ਸੀ 5 ਤਰੀਕ ਨੂੰ, ਲੇਕਿਨ ਅੱਜ ਮੈਂ ਇੱਥੇ ਸਪੈਸ਼ਲ ਫਲਾਵਰ ਸ਼ੋਅ ਜਿਹੜਾ ਦੇਖਣ ਆਇਆ, ਜਿੰਨਾ ਸਾਡੇ ਸਾਰੇ ਹੀ ਪ੍ਰਿੰਸੀਪਲਾਂ ਨੇ, ਸਟਾਫ ਨੇ, ਮਾਲੀਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਬੱਚਿਆਂ ਨੇ ਇੱਥੇ ਡਿਸਪਲੇ ਕੀਤਾ ਹੈ। ਇੱਕ ਇੱਕ ਪਲਾਂਟ, ਇੱਕ ਇੱਕ ਗਮਲੇ ਦੇ ਉੱਪਰ ਉਸ ਪਲਾਂਟ ਦਾ ਨਾਮ ਲਿਖਿਆ ਹੋਇਆ ਔਰ ਇਹਦੇ ਨਾਲ ਇਸ ਫਲਾਵਰ ਸ਼ੋਅ ਨੂੰ ਦੇਖਣ ਦਾ ਬਹੁਤ ਆਨੰਦ ਆਇਆ। ਮੈਂ ਸਾਰੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਅਜੇ 1-2 ਦਿਨ ਹੋਰ ਇਹ ਮੇਲਾ ਹੈਗਾ ਤੇ ਕਾਈਂਡਲੀ ਜਿਨ੍ਹਾਂ ਨੂੰ ਵੀ ਟਾਈਮ ਮਿਲੇ ਉਹ ਆ ਕੇ ਜ਼ਰੂਰ ਮੇਲੇ ਦੇ ਵਿੱਚ ਫਲਾਵਰ ਸ਼ੋਅ ਵੀ ਦੇਖਣ ਔਰ ਪੁਸਤਕ ਮੇਲਾ ਵੀ ਦੇਖਣ। ਇਹਨਾਂ ਦਾ ਕਿੰਨਾ ਫਾਇਦਾ ਮਿਲਦਾ ਇਸ ਤਰ੍ਹਾਂ ਦੇ ਮੇਲੇ ਲਗਾਉਣ ਦਾ? ਦੇਖੋ, ਸਾਨੂੰ ਫਾਇਦਾ ਨਹੀਂ ਮਿਲਦਾ, ਅਸੀਂ ਤਾਂ ਫ੍ਰੀ ਜਗ੍ਹਾ ਦਿੰਦੇ ਆ, ਪ੍ਰੋਵਾਈਡ ਕਰਦੇ ਆ, ਆਪਣਾ ਸਟਾਫ ਲਾਉਂਦੇ ਆ, ਲੇਕਿਨ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੁੰਦਾ। ਆਉਣ ਵਾਲੀ ਪਨੀਰੀ ਜਿਹੜਾ ਨੇ ਕਿ ਪਿਛਲੇ ਬਹੁਤ ਸਾਲਾਂ ਤੋਂ ਲਾਇਬ੍ਰੇਰੀ ਜਾਣਾ ਛੱਡਤਾ ਸੀ, ਪੁਸਤਕਾਂ ਪੜ੍ਹਨੀਆਂ ਛੱਡ ਦਿੱਤੀਆਂ ਸੀ, ਸਿਰਫ ਕੰਪਿਊਟਰ ਔਰ ਇੰਟਰਨੈਟ ਤੇ ਲੱਗੇ ਰਹਿੰਦੇ ਸੀ। ਹੁਣ ਦੁਬਾਰਾ ਲੋਕਾਂ ਦਾ ਰੁਝਾਨ ਬੁੱਕ ਵੱਲ ਪਾਸੇ ਹੋਇਆ, ਕਿਉਂਕਿ ਬੁੱਕ ਪੜ੍ਹੀ ਜਿਹੜੀ ਹੈ ਇੱਕ ਵਾਰੀ ਉਹਦੀ ਯਾਦਾਸ਼ਤ ਸਾਰੀ ਉਮਰ ਤੁਹਾਡੇ ਕੋਲ ਵਿੱਚ ਰਹਿੰਦੀ ਹੈ, ਲੇਕਿਨ ਜਿਹੜਾ ਤੁਸੀਂ ਕੰਪਿਊਟਰ ਤੇ ਇੰਟਰਨੈਟ ਤੇ ਪੜ੍ਹਦੇ ਹੋ ਉਹ ਟੈਂਪਰੇਰੀ ਯਾਦਾਸ਼ਤ ਹੈ ਜਿਹੜੀ ਸਦਾ ਵਾਸਤੇ ਨਹੀਂ ਰਹਿੰਦੀ। ਇਹਦਾ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਔਰ ਜਿਹੜੇ ਲੋਕ ਹੁਣ ਵਰਕਿੰਗ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ। ਪੰਜਾਬ ਵਾਸੀਆਂ ਨੂੰ ਕੀ ਮੈਸੇਜ, ਕੀ ਸੁਨੇਹਾ ਦੇਣਾ ਚਾਹੋਗੇ? ਪੰਜਾਬ ਵਾਸੀਆਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਪੰਜਾਬ ਔਰ ਦੇਸ਼ ਤਰੱਕੀ ਤਾਂ ਹੀ ਕਰ ਸਕਦਾ ਜੇ ਪੂਰੀ ਲਿਟਰੇਸੀ ਹੋਵੇ, ਸਾਰੇ ਲੋਕ ਪੜ੍ਹੇ ਲਿਖੇ ਹੋਣ, ਕੋਈ ਵੀ ਅਨਪੜ੍ਹ ਨਾ ਰਹੇ ਔਰ ਸਾਰਿਆਂ ਨੂੰ ਪੜ੍ਹਾਈ ਦਾ ਜਿਹੜਾ ਨਾਲ ਜੋੜਿਆ ਜਾਵੇ। ਪੜ੍ਹਾਈ ਹੀ ਇੱਕ ਐਸਾ ਮਾਧਿਅਮ ਹੈ ਜਿਹਦੇ ਨਾਲ ਤੁਸੀਂ ਗਰੀਬੀ ਵੀ ਦੂਰ ਕਰ ਸਕਦੇ ਹੋ ਔਰ ਆਪਣਾ ਦਿਮਾਗ ਵੀ ਰੋਸ਼ਨ ਕਰ ਸਕਦੇ ਹੋ। ਸਰ, ਜਿਹੜੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਜਾਂ ਪੰਜਾਬੀ ਕੱਢ ਹੀ ਦਿੱਤੀ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਨਹੀਂ, ਪੰਜਾਬੀ ਬੋਲਣੀ ਜ਼ਰੂਰੀ ਹੈ। ਹਰ ਮਾਂ ਬੋਲੀ ਨੂੰ ਹਰ ਬੰਦੇ ਨੂੰ ਆਪਣੀ ਮਾਂ ਬੋਲੀ 'ਤੇ ਫਖਰ ਕਰਨਾ ਚਾਹੀਦਾ। ਸਾਰੀ ਦੁਨੀਆ ਆਪਣੀ ਆਪਣੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਦੀ ਹੈ। ਸਾਡੀ ਮਾਂ ਬੋਲੀ ਪੰਜਾਬੀ ਹੈ, ਸਾਨੂੰ ਆਪਣੀ ਮਾਂ ਬੋਲੀ 'ਤੇ ਫਖਰ ਕਰਨਾ ਚਾਹੀਦਾ ਔਰ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਰੁਝਾਨ ਵਾਲੇ ਪਾਸੇ ਲਾਉਣਾ ਚਾਹੀਦਾ।